बहुत बहुत स्वागत है जी ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਹਾਂਜੀ ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਵਾਲੇ ਹਾਂ ਜੀ ਪੰਜਾਬੀ ਸਾਹਿਤ ਰੂਪ। पंजाबी ਦੇ ਜਿਹੜਾ ETT 5994 ਦੇ ਲਈ ਸਿਲੇਬਸ ਹੈ ਆਲਮੋਸਟ ਕਵਰ ਹੋ ਚੁੱਕਿਆ। ਲਾਸਟ ਟੌਪਿਕ ਜਿਹੜਾ ਆਪਾਂ ਨੇ ਕੀਤਾ ਸੀ ਉਹ ਕੀਤਾ ਸੀ ਜੀ ਪੰਜਾਬੀ ਸਾਹਿਤ। ਬਾਕੀ ਟੌਪਿਕ ਵੀ ਆਪਣੇ ਕਵਰ ਹੋ ਚੁੱਕੇ ਨੇ। ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖੀਆਂ ਹੈਗੀਆਂ ਤਾਂ ਜ਼ਰੂਰ ਅਟੈਂਡ ਕਰੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ। ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬੀ ਸਾਹਿਤ ਦਾ ਆਪਾਂ ਸੈਕਿੰਡ ਪਾਰਟ ਕਰਨ ਵਾਲੇ ਹਾਂ। ਦੇਖੋ ਮੈਂ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਵੱਧ ਕੁਐਸਚਨ ਇਸੇ ਟੌਪਿਕ ਦੇ ਵਿੱਚੋਂ ਹੀ ਆਉਂਦੇ ਨੇ ਤੇ ਇਹ ਟੌਪਿਕ ਥੋੜ੍ਹਾ ਜਿਹਾ ਲੈਂਥੀ ਹੈ, ਠੀਕ ਹੈ। ਇੱਕ ਪਾਰਟ ਆਪਾਂ ਇਹਦਾ ਕਰ ਚੁੱਕੇ ਹਾਂ, ਇੱਕ ਆਪਾਂ ਅੱਜ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਪੰਜਾਬੀ ਸਾਹਿਤ ਦੇ ਰੂਪ ਪੜ੍ਹਾਂਗੇ। ਇੰਪੋਰਟੈਂਟ क्लास ਇਹ ਰਹਿਣ ਵਾਲੀ ਹੈ। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਸਾਹਿਤ ਰੂਪ ਕਿਹੜੇ ਕਿਹੜੇ ਹਨ। ਤਾਂ ਇਹ ਜਿਹੜੀ ਤੁਸੀਂ ਲਿਸਟ ਦੇਖ ਰਹੇ ਹੋ, ਪਹਿਲੇ ਤੇ ਕਵਿਤਾ, ਨਾਟਕ, ਇਕਾਂਗੀ, ਨਾਵਲ, ਨਿੱਕੀ ਕਹਾਣੀ, ਨਿਬੰਧ, ਜੀਵਨੀ, ਸਵੈ ਜੀਵਨੀ, ਸਫ਼ਰਨਾਮਾ, ਇਹ ਸਾਰੇ ਕੀ ਨੇ? ਇਹ ਸਾਹਿਤ ਰੂਪ ਦਾ ਪਾਰਟਸ ਨੇ, ਠੀਕ ਹੈ। ਦੇਖੋ ਕੁਐਸਚਨ ਇਸ ਤਰ੍ਹਾਂ ਆ ਸਕਦਾ ਹੈ ਕਿ ਸਭ ਤੋਂ ਪਹਿਲੀ ਕਵਿਤਾ ਕਿਹੜੀ ਲਿਖੀ ਗਈ, ਕਿਸ ਦੇ ਦੁਆਰਾ ਲਿਖੀ ਗਈ, ਜਾਂ ਪੰਜਾਬੀ ਨਾਟਕ ਦੇ ਪਿਤਾਮਾ ਕੌਣ ਹਨ, ਜਾਂ ਜੀਵਨੀ ਕਿਸ ਦੁਆਰਾ ਲਿਖੀ ਗਈ ਹੈ, ਸਭ ਤੋਂ ਪ੍ਰਸਿੱਧ ਸਵੈ ਜੀਵਨੀ ਕਿਹੜੀ ਹੈ। ਤਾਂ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਉਹ ਪੁੱਛੇ ਜਾ ਸਕਦੇ ਨੇ। ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਟੌਪਿਕ ਜਿਹੜਾ ਕਵਰ ਕਰਾਂਗੇ। ਇੱਕ ਇੱਕ ਕਰਕੇ ਆਪਾਂ ਇਹਨਾਂ ਸਾਰੇ ਪੁਆਇੰਟਸ ਨੂੰ ਜਿਹੜਾ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਚੱਕ ਲਓ ਆਪਣੀ ਕਾਪੀ ਪੈਨ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਪਾਰਟ ਹੈਗਾ ਜੀ ਆਪਣੇ ਕੋਲ ਕਵਿਤਾ। ਆਪਣੀ ਕਾਪੀ 'ਤੇ ਸਭ ਤੋਂ ਪਹਿਲਾਂ ਹੈਡਿੰਗ ਲਿਖੋ ਸਾਹਿਤ। ਦੇਖੋ ਸਾਹਿਤ ਨੂੰ ਕਾਵਿ ਵੀ ਕਿਹਾ ਜਾ ਸਕਦਾ ਹੈ, ਠੀਕ ਹੈ। ਟਾਈਪ ਦੇ ਹੁੰਦੇ ਨੇ, ਪਹਿਲਾਂ ਤਾਂ ਕਾਪੀ 'ਤੇ ਇਹ ਨੋਟ ਕਰਿਓ ਕਿਹੜੇ ਕਿਹੜੇ ਹੁੰਦੇ ਨੇ। ਦ੍ਰਿਸ਼ ਸਾਹਿਤ, ਸ਼ਰਵ ਸਾਹਿਤ। ਦ੍ਰਿਸ਼ ਸਾਹਿਤ ਕਿਹੜੇ ਹੁੰਦੇ ਨੇ? ਜਿਸ ਨੂੰ ਆਪਾਂ ਦੇਖ ਸਕਦੇ ਹਾਂ, ਦੇਖਣਯੋਗ। ਸ਼ਰਵ ਸਾਹਿਤ ਹੁੰਦੇ ਨੇ ਜਿਸ ਨੂੰ ਆਪਾਂ ਸੁਣ ਜਾਂ ਪੜ੍ਹ ਸਕਦੇ ਹਾਂ, ਠੀਕ ਹੈ। ਜਿਸ ਤਰ੍ਹਾਂ ਹੁਣ ਦੇਖਣਯੋਗ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ? ਨਾਟਕ ਅਤੇ ਇਕਾਂਗੀ। ਨਾਟਕ ਅਤੇ ਇਕਾਂਗੀ ਆਪਾਂ ਸਟੇਜ 'ਤੇ ਦੇਖਦੇ ਹਾਂ, ਰੰਗਮੰਚ 'ਤੇ, ਹੈ ਨਾ, ਜਿਸ ਨੂੰ ਕਿ ਰੰਗਮੰਚ ਕਹਿੰਦੇ ਨੇ। ਉੱਥੇ ਆਪਾਂ ਜਿਹੜਾ ਇਸ ਨੂੰ ਦੇਖ ਸਕਦੇ ਹਾਂ। ਤਾਂ ਨਾਟਕ ਅਤੇ ਇਕਾਂਗੀ ਕਿਹੋ ਜਿਹਾ ਰੂਪ ਹੈ? ਇਹ ਇੱਕ ਦ੍ਰਿਸ਼ਕ ਸਾਹਿਤ ਹੈ, ਠੀਕ ਹੈ, ਦ੍ਰਿਸ਼ ਕਾਵਿ ਹੈ। ਬਾਕੀ ਜਿਹੜੀ ਕਵਿਤਾ ਹੋ ਗਈ, ਗਲਪ ਹੋ ਗਈ, ਵਾਰਤਕ ਹੋ ਗਈ, ਇਹ ਕੀ ਹੈ? ਇਹ ਸੁਣਨਯੋਗ ਹੈ ਜਾਂ ਪੜ੍ਹਨਯੋਗ ਹੈ। ਜਿਸ ਤਰ੍ਹਾਂ ਕਵਿਤਾ ਆਪਾਂ ਸੁਣ ਵੀ ਸਕਦੇ ਹਾਂ, ਪੜ੍ਹ ਵੀ ਸਕਦੇ ਹਾਂ। ਵਾਰਤਕ ਆਪਾਂ ਜਿਹੜਾ ਲਿਖਿਆ ਹੋਇਆ, ਵਾਰਤਕ ਕੀ ਹੁੰਦਾ? ਲੇਖ, ਇੱਕ ਤਰ੍ਹਾਂ ਦਾ ਲੇਖ ਹੁੰਦਾ ਹੈ, ਠੀਕ ਹੈ। ਤੇ ਹੁਣ ਗਲਪ ਕੀ ਹੁੰਦਾ? ਗਲਪ ਉਹ ਹੁੰਦਾ ਹੈ ਜਿਹੜੇ ਆਪਣੇ ਇੱਥੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਨਾ, ਗਲਪ ਇੰਗਲਿਸ਼ ਦੇ ਵਿੱਚ ਫਿਕਸ਼ਨ ਕਹਿੰਦੇ ਨੇ, ਵਿੱਚ ਕਾਲਪਨਿਕ ਘਟਨਾਵਾਂ ਹੁੰਦੀਆਂ ਨੇ, ਠੀਕ ਹੈ। ਗਲਪ ਦੇ ਵਿੱਚ ਜਿਹੜੀਆਂ ਕਾਲਪਨਿਕ ਚੀਜ਼ਾਂ, ਜਿਹੜੀਆਂ ਕਾਲਪਨਿਕ ਘਟਨਾਵਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ, ਠੀਕ ਹੈ। ਤਾਂ ਉਸਨੂੰ ਆਪਾਂ ਸੁਣ ਵੀ ਸਕਦੇ ਹਾਂ, ਪੜ੍ਹ ਵੀ ਸਕਦੇ ਹਾਂ। ਤਾਂ ਇਹ ਪੁਆਇੰਟ ਜਿਹੜਾ ਤੁਸੀਂ ਜ਼ਰੂਰ ਯਾਦ ਰੱਖਿਓ। ਸਾਹਿਤ ਦੋ ਟਾਈਪ ਦੇ ਨੇ, ਸ਼ਰਵ ਕਾਵ, ਦ੍ਰਿਸ਼ ਕਾਵ। ਦ੍ਰਿਸ਼ ਕਾਵ ਹੁੰਦੇ ਨੇ ਦੇਖਣਯੋਗ, ਸੁਣਨਯੋਗ, ਠੀਕ ਹੈ। ਦੋ ਟਾਈਪ ਦੇ ਨਾਟਕ। ਅਤੇ ਦੇਖੋ ਕੁਐਸਚਨ ਆ ਸਕਦਾ ਹੈ ਕਿ ਨਾਟਕ ਕਿਸ ਤਰ੍ਹਾਂ ਦਾ ਸਾਹਿਤ ਹੈ। ਤਾਂ ਨਾਟਕ ਕੀ ਹੈ? ਇੱਕ ਦ੍ਰਿਸ਼ ਸਾਹਿਤ ਹੈ, ਦੇਖਣਯੋਗ ਹੈ, ਇਕਾਂਗੀ ਵੀ, ਠੀਕ ਹੈ। ਬਾਕੀ ਦੇਖੋ ਕਵਿਤਾ, ਗਲਪ, ਵਾਰਤਕ। ਹੁਣ ਗਲਪ ਦੇ ਅੰਡਰ ਦੋ ਚੀਜ਼ਾਂ ਆਉਂਦੀਆਂ ਨੇ, ਕਿਹੜੀਆਂ ਕਿਹੜੀਆਂ ਆਉਂਦੀਆਂ ਨੇ? ਨਾਵਲ ਅਤੇ ਨਿੱਕੀ ਕਹਾਣੀ, ਠੀਕ ਹੈ। ਸਿੱਧਾ ਸਿੱਧਾ ਕੁਐਸਚਨ ਇਹੀ ਬਣ ਸਕਦਾ ਕਿ ਨਿੱਕੀ ਕਹਾਣੀ ਇਹਨਾਂ ਦੇ ਕਿਸ ਦੇ ਅਧੀਨ ਆਉਂਦੀ ਹੈ? ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਗਲਪ ਦੇ ਅਧੀਨ ਆਉਂਦੀ ਹੈ। ਉਸ ਤੋਂ ਬਾਅਦ ਵਾਰਤਕ ਦੇ ਅੰਡਰ ਆਉਂਦਾ ਹੈ ਜੀ ਨਿਬੰਧ, ਜੀਵਨੀ, ਸਵੈ ਜੀਵਨੀ, ਸਫ਼ਰਨਾਮਾ, ਠੀਕ ਹੈ। ਤੋਂ ਪਹਿਲਾਂ ਪੜ੍ਹਾਂਗੇ ਜੀ ਕਵਿਤਾ ਬਾਰੇ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਹੈਡਿੰਗ ਲਿਖੋ ਜੀ ਕਵਿਤਾ। ਕਵਿਤਾ ਕੀ ਹੈ? ਕਵਿਤਾ ਸਾਹਿਤ ਰੂਪ ਨੂੰ ਦੁਨੀਆ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਪਹਿਲਾਂ ਜਨਮੀ ਮੰਨਿਆ ਜਾਂਦਾ ਹੈ। ਦੇਖੋ ਇੱਥੇ ਨੋਟ ਕਰੋ, ਜੋ ਜੋ ਮੈਂ ਬੋਲ ਰਿਹਾ ਤੁਸੀਂ ਨਾਲ ਨਾਲ ਨੋਟ ਕਰਦੇ ਜਾਇਓ, ਠੀਕ ਹੈ। ਕਵਿਤਾ ਕੀ ਹੈ? ਸਭ ਤੋਂ ਪੁਰਾਣਾ ਰੂਪ ਹੈ। ਕੁਐਸਚਨ ਆ ਸਕਦਾ ਹੈ ਕਿ ਪੰਜਾਬੀ ਸਾਹਿਤ ਦਾ ਉਹ ਕਿਹੜਾ ਰੂਪ ਹੈ ਜਿਹੜਾ ਕਿ ਸਭ ਤੋਂ ਪੁਰਾਤਨ ਹੈ, ਜਿਸ ਨੂੰ ਸਭ ਤੋਂ ਪਹਿਲਾਂ ਜਨਮਿਆ ਮੰਨਿਆ ਜਾਂਦਾ ਹੈ। ਤਾਂ ਉਹ ਹੈਗੀ ਹੈ ਜੀ ਕਵਿਤਾ, ਠੀਕ ਹੈ। ਇਸ ਲਈ ਇਸ ਸਾਹਿਤ ਨੂੰ ਜੇਠੀ ਅਤੇ ਪਲੇਠੀ ਵੀ ਕਿਹਾ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ, ਠੀਕ ਹੈ। ਇਸ ਨੂੰ ਕੀ ਕਹਿੰਦੇ ਨੇ? ਜੇਠੀ ਅਤੇ ਪਲੇਠੀ ਵੀ ਕਹਿੰਦੇ ਹਨ। ਉਸ ਤੋਂ ਬਾਅਦ ਇੱਥੇ ਇੱਕ ਹੋਰ ਲਾਈਨ ਨੋਟ ਕਰੋ, ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਮੰਨਿਆ ਹੈ। ਹੁਣ ਕੁਐਸਚਨ ਇਸ ਤਰ੍ਹਾਂ ਆ ਸਕਦਾ ਹੈ ਕਿਹੜੇ ਕਵੀ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਕਿਹਾ ਹੈ, ਜਾਂ ਪ੍ਰੋਫੈਸਰ ਪੂਰਨ ਨੇ ਕਿਹੜੇ ਸਾਹਿਤ ਨੂੰ ਰੂਹਾਂ ਦੀ ਬੋਲੀ ਕਿਹਾ ਹੈ। ਤਾਂ ਇਹ ਪੂਰੀ ਲਾਈਨ ਤੁਸੀਂ ਕਾਪੀ 'ਤੇ ਜ਼ਰੂਰ ਨੋਟ ਕਰਿਓ, ਠੀਕ ਹੈ। ਐਗਜ਼ਾਮੀਨਰ ਇਸੇ ਤਰ੍ਹਾਂ ਹੀ ਕੁਐਸਚਨ ਪੁੱਛੇਗਾ, ਬਸ ਲੈਂਗੁਏਜ ਥੋੜ੍ਹੀ ਜਿਹੀ ਘੁਮਾ ਕੇ ਪੁੱਛ ਸਕਦਾ ਹੈ, ਠੀਕ ਹੈ। ਤਾਂ ਕਵਿਤਾ ਕੀ ਹੈ? ਕਵਿਤਾ ਇੱਕ ਸ਼ਬਦ ਕਲਾ ਜੋ ਕਿ ਸਾਹਿਤ ਦਾ ਇੱਕ ਅੰਗ ਹੈ, ਜਿਸ ਦੇ ਵਿੱਚ ਖਿਆਲ, ਜਜ਼ਬਾ, ਕਲਪਨਾ ਦੇ ਥਰੂ ਜਿਹੜੇ ਨੇ ਅੱਖਰਾਂ ਦਾ ਸੁਮੇਲ ਕੀਤਾ ਹੁੰਦਾ ਹੈ, ਠੀਕ ਹੈ। ਤਾਂ ਇਹ ਆਪਣੀ ਕਵਿਤਾ ਦੇ ਬਾਰੇ ਆਪਾਂ ਨੂੰ ਦੱਸਿਆ ਗਿਆ ਹੈ। ਹੁਣ ਜੇਕਰ ਗੱਲ ਕਰੀਏ ਪੰਜਾਬੀ ਕਵਿਤਾਵਾਂ ਬਾਰੇ ਤਾਂ ਦੇਖੋ ਇਸ ਦਾ ਜਿਹੜਾ ਇਤਿਹਾਸ ਹੈ ਬਹੁਤ ਹੀ ਸ਼ਾਨਦਾਰ ਅਤੇ ਅਮੀਰ ਹੈ, ਠੀਕ ਹੈ। ਹੁਣ ਗੱਲ ਆਉਂਦੀ ਹੈ ਕਿ ਸਭ ਤੋਂ ਪਹਿਲਾਂ ਕਵਿਤਾ ਕਿਹਨਾਂ ਵੱਲੋਂ ਲਿਖੀ ਗਈ। ਦੇਖੋ ਉਦਾਹਰਣ ਵਜੋਂ ਇੱਥੇ ਆਪਾਂ ਨੂੰ ਦੱਸੇ ਗਏ ਨੇ ਕਿ ਕਿਹੜੇ ਕਿਹੜੇ ਕਵੀਆਂ ਦੁਆਰਾ ਕਵਿਤਾਵਾਂ ਦੇ ਵਿੱਚ ਰਚਨਾ ਹੋਈਆਂ ਨੇ। ਬਾਬਾ ਫਰੀਦ ਤੋਂ ਪਿੱਛੋਂ ਸ਼ਾਹ ਹੁਸੈਨ, ਬੁੱਲੇ ਸ਼ਾਹ, ਜੇ ਸਭ ਤੋਂ ਵੀ ਕਵੀ ਗੁਰੂ ਕਾਵਿ ਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਇਹਨਾਂ ਸਾਰਿਆਂ ਦੁਆਰਾ ਜਿਹੜੀਆਂ ਰਚਨਾਵਾਂ ਦੇਖਣ ਨੂੰ ਮਿਲੀਆਂ ਹਨ, ਠੀਕ ਹੈ। ਆਧੁਨਿਕ ਕਵਿਤਾ ਵਿੱਚ ਭਾਈ ਵੀਰ ਸਿੰਘ ਦਾ ਸਭ ਤੋਂ ਵੱਡਾ ਯੋਗਦਾਨ ਹੈ। ਇੱਥੇ ਤੁਸੀਂ ਬਾਕੀ ਕਵੀਆਂ ਦੇ ਵੀ ਨਾਮ ਜਿਹੜੇ ਨੇ ਉਹ ਪੜ੍ਹ ਸਕਦੇ ਹੋ, ਠੀਕ ਹੈ। ਤਾਂ ਇੱਥੇ ਆਪਾਂ ਨੂੰ ਇਹਨਾਂ ਦੀ ਜਿਹੜੀ ਹੈ ਪੰਜਾਬੀ ਕਵਿਤਾ ਦੇ ਇਤਿਹਾਸ ਬਾਰੇ ਦੱਸਿਆ ਗਿਆ ਕਿ ਕਿਹੜੇ ਕਿਹੜੇ ਕਵੀ ਨੇ ਜਿਨ੍ਹਾਂ ਦਾ ਨਾਮ ਜ਼ਿਆਦਾ ਪ੍ਰਸਿੱਧ ਹੋਇਆ ਹੈ ਕਵਿਤਾ ਦੇ ਵਿੱਚ। ਅੱਗੇ ਹੁਣ ਹੈਡਿੰਗ ਲਿਖੋ ਜੀ ਨਾਟਕ। ਦੇਖੋ ਸਿਰਫ ਮੇਨ ਪੁਆਇੰਟਸ ਲਿਖਾ ਰਹੀ ਹਾਂ ਮੈਂ, ਠੀਕ ਹੈ। ਨਾਟਕ ਕੀ ਹੈ? ਨਾਟਕ ਨੂੰ ਭਾਰਤੀ ਵਿਦਵਾਨਾਂ ਨੇ ਪੰਜਵਾਂ ਵੇਦ ਆਖਿਆ ਹੈ,
क्वेश्चन आ सकता है किहड़े साहित्य नूं पंजवां वेद कहंदे ने, नाटक नूं कहंदे ने जी। ठीक है, तो ये की है एक तरह का दृश्य कला है, क्योंकि आपां नाटक नूं स्टेज ते देखदे हां। ठीक है, नाटक अते इकांगी नूं तां जिहड़े सुने जा सकते हैं उसनूं आपां श्रव साहित्य कहांगे, जिन्हां नूं देखा जा सकता है उसनूं आपां दृश्य साहित्य कहांगे। ठीक है, जेकर इसकी डेफिनेशन देखिए आपां तां इस दे विच लिखिया गया है कि नाटक शब्द का विकास संस्कृत के शब्द नट, नाट जां नृत्य धातु तो होया मन्निया जाता है। इसनूं नोट कर लिओ। ठीक है, नाटक शब्द नट, नाट जां नृत्य तो पैदा होया है। ये देखो सब तो पहला क्वेश्चन है कि पंजाबी नाटक का पितामह किसनूं कहंदे ने, तां कॉपी ते नोट करो अपनी ते। पंजाबी नाटक का पितामह कहंदे ने जी ईश्वर चंद्र नंदा नूं। ठीक है, ये पॉइंट जिहड़ा जरूर कॉपी ते नोट लिखियो, पंजाबी नाटक के पितामह हैगे ने ईश्वर चंद्र नंदा। ठीक है, इत्थे इहदे बारे अगे तुसीं पढ़ोगे। ईश्वर चंद्र नंदा ने यानी कि आई.सी. नंदा ने सब तो पहला नाटक लिखिया सी। नाटक का नाम की सी? सुभद्रा। नाम भी याद रखियो, किस द्वारा लिखा गया? ईश्वर चंद्र द्वारा। ठीक है, ईश्वर चंद्र नंदा द्वारा। इसी तरह क्वेश्चन आएगा कि पहला नाटक किहड़ा लिखा गया, कदों लिखा गया, किस दे द्वारा लिखा गया है। तो हुण आपां गल करिए पंजाबी नाटक की माँ किसनूं कहंदे ने, तां इह कहंदे ने जी श्रीमती नोरा रिचर्ड्स नूं, जिहड़ी कि ईश्वर चंद्र जी की मदर सीगे। ठीक है, ईश्वर चंद्र नंदा दी जिहड़ी माता सीगे उन्हां ने उसनूं प्रेरित किया सी नाटक लिखण दे लई, तां इस करके इन्हां नूं पंजाबी नाटक की जिहड़ा माँ कहा जाता है। तो दोनों के नाम जिहड़ा तुसीं जरूर कॉपी ते नोट करके रखियो। इस तो बाद जिहड़े होर नाटक होए ने, जिस तरह के गुरु गोबिंद सिंह जी द्वारा रचित नाटक है बचित्र नाटक। ठीक है, हिरदे राम दे हनुमान नाटक नूं पंजाबी नाटक के प्रथम नाटक कहते हैं। लेकिन सब तो पहला जिहड़ा नाटक है वो इन्हां द्वारा ही लिखा गया सी, ईश्वर चंद्र नंदा द्वारा। ठीक है, बाकी जिहड़े लेखक ने उन्हां वल्लों भी जिहड़े ने नाटक की रचना की गई है, वो भी तुसीं इत्थे पढ़ सकते हो। उस तो बाद थर्ड लिखो जी इकांगी। दो पार्ट आपां कर चुके हैं। इकांगी देखो, इकांगी किस शब्द तो बनया है? ये बनया जी एक अंग। ਜਦੋਂ ਜ਼ਿੰਦਗੀ ਦਾ ਕੋਈ ਇੱਕ ਅੰਗ ਜਾਂ ਕੋਈ ਇੱਕ ਹਿੱਸਾ ਦਿਖਾਇਆ ਜਾਵੇ ਉਸਨੂੰ ਹੀ ਇਕਾਂਗੀ ਕਹਿੰਦੇ ਨੇ। ਠੀਕ ਹੈ, ਇੱਕ ਅੰਗ ਤੋਂ ਬਣਿਆ ਇਕਾਂਗੀ, ਜ਼ਿੰਦਗੀ ਦਾ ਇੱਕ ਹਿੱਸਾ ਜਾਂ ਜ਼ਿੰਦਗੀ ਦਾ ਇੱਕ ਅੰਗ ਜਦੋਂ ਪ੍ਰਦਰਸ਼ਿਤ ਕੀਤਾ ਜਾਵੇ, ਦਿਖਾਇਆ ਜਾਵੇ, ਉਸ ਤੋਂ ਹੀ ਜਿਹੜਾ ਇਕਾਂਗੀ ਸ਼ਬਦ ਦਾ ਰੂਪ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਆਪਾਂ ਨੂੰ। ਠੀਕ ਹੈ, ਤਾਂ ਦੇਖੋ ਇਕਾਂਗੀ ਨਾਟਕੀ ਰੂਪ ਹੈ। ਸਭ ਤੋਂ ਪਹਿਲਾਂ ਇਹ ਕਾਪੀ ਤੇ ਨੋਟ ਲਿਖਿਓ ਕਿ ਇਕਾਂਗੀ ਕੀ ਹੈ? ਇੱਕ ਨਾਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਟੋਟੇ ਨੂੰ ਗਿਣੇ ਚੁਣੇ ਪਾਤਰਾਂ ਦੇ ਰਾਹੀਂ ਪ੍ਰਭਾਵ ਅਤੇ ਕਾਰਜ ਦੀ ਏਕਤਾ ਕਾਇਮ ਰੱਖਦੇ ਹੋਏ ਸੀਮਤ ਸਮੇਂ ਦੇ ਵਿੱਚ ਰੰਗ ਵਿੱਚ सहारे साकार करता है। इस दे विच देखो सब तो पहला लिखो कि इकांगी की है? नाटक का रूप है। ठीक है, एक नाटकी रूप है। इस दे विच की प्रदर्शित किया जाता है? जिंदगी का कोई एक खंड या कोई एक टोटा, एक हिस्सा या एक अंग। ठीक है, तो इसकी एक जी खास डेफिनेशन है, एक पॉइंट है, खास विशेषता इस नाटक नूं कह सकते हैं कि नाटक जिहड़ा काफ़ी लंबा समा लंदा है। आपां जदों नाटक देखते हैं काफ़ी लंबे लंबे समय के होंदे ने, लेकिन जिहड़ा इकांगी है बहुत ही घੱਟ समय का होंदा है, सीमित समय का होंदा है। ठीक है, तो क्वेश्चन इस तरह भी पूछा जा सकता है कि साहित्य का वो किहड़ा रूप है जिहड़ा कि बहुत सीमित समय के लिए दिखाया जाता है, तो वह हैगा जी इकांगी। ठीक है, तो इकांगी भी की है? एक दृश्य कला है। दृश्य साहित्य या दृश्य काव्य के अंदर दो ही चीज़ां आंदियां ने, नाटक ते इकांगी, जिन्हां नूं देखा जा सकता है। ठीक है, हुण गल आंदी है कि पंजाबी विच इकांगी के पितामह कौन हैं, तो इत्थे तुसीं देखोगे पंजाबी इकांगी के पितामह प्रोफैसर ईश्वर चंद्र नंदा। ठीक है, तो पंजाबी नाटक के पितामह भी उही ने प्रोफैसर ईश्वर चंद्र नंदा, ते इकांगी के पितामह भी उही ने, जिन्हां ने सब तो पहलां जिहड़ी है इकांगी लिखी सी। किहड़ी लिखी सी? विधवा विआह। ये तुसीं देख सकते हो, देखो पूरी जिंदगी का सिर्फ एक हिस्सा किहड़ा? विधवा विआह, बाल विआह, दाज प्रथा, इस तरह के जिहड़े इकांगियां ने वो दिखाइयां सीगियां। ठीक है, उस तो बाद ईश्वर चंद्र नंदा दे दुल्हन, बेबे राम भजनी, चोर कौन आदि इकांगे बहुत मशहूर होए। इन्हां दे नाम जरूर याद रखियो। देखो क्वेश्चन आ सकता है कि दुल्हन इकांगी किस द्वारा लिखी हुई है, या बेबे राम भजनी किस द्वारा लिखा है, या चोर कौन किस द्वारा लिखा है। तो ये 3-4 नाम जिहड़े तुसीं जरूर नोट कर लिओ। ठीक है, तो पंजाबी इकांगी का पितामह हैगे ने जी प्रोफैसर ईश्वर चंद्र नंदा। इन्हां ने सब तो पहला ये वालियां जिहड़ियां इकांगियां ने समाजिक समस्यावां ते लिखियां सीगियां। ठीक है, अगला पॉइंट लिख लो जी हुण नावल। ठीक है, नावल की है? नावल आधुनिक काल का प्रमुख साहित्य रूप है। ਇਹ ਸਾਹਿਤ ਦਾ ਉਹ ਗਦ ਰੂਪ ਹੈ ਜਿਸ ਵਿੱਚ ਘਟਨਾ ਜਾਂ ਘਟਨਾਵਾਂ ਦਾ ਵਿਉਂਤਬੱਧ ਬਿਆਨ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਦੇਖੋ ਨਾਵਲ ਦੇ ਵਿੱਚ ਦੇਖਦੇ ਆ ਕਾਫੀ ਲੰਬੇ ਲੰਬੇ ਨਾਵਲ ਲਿਖੇ ਜਾਂਦੇ ਨੇ, ਹੈ ਨਾ, ਤਾਂ ਉਸ ਦੇ ਵਿੱਚ ਕੀ ਹੁੰਦੀਆਂ ਨੇ? ਉਸ ਦੇ ਵਿੱਚ ਸਿਰਫ ਇੱਕ ਘਟਨਾ ਨਹੀਂ ਹੁੰਦੀ, ਉਸ ਦੇ ਵਿੱਚ ਬਹੁਤ ਸਾਰੀਆਂ ਘਟਨਾ ਜਾਂ ਘਟਨਾਵਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਬਿਆਨ ਦਿੱਤਾ ਹੁੰਦਾ ਹੈ, ਜਿਸ ਨੂੰ ਕਿ ਕਈ ਪਾਤਰ ਜਿਹੜੇ ਨੇ ਕਰਦੇ ਨੇ। ਠੀਕ ਹੈ, ਕਈ ਪਾਤਰਾਂ ਦੁਆਰਾ ਇਹ ਜਿਹੜਾ ਨਿਭਾਇਆ ਜਾਂਦਾ ਇਹ ਰੋਲ। ਤਾਂ ਕਿ ਸਾਹਿਤ ਦਾ ਉਹ ਕਿਹੜਾ ਰੂਪ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਘਟਨਾਵਾਂ ਦਾ ਵਿਉਂਤਬੱਧ ਬਿਆਨ ਹੁੰਦਾ ਹੈ, ਤਾਂ ਉਹ ਕਿਹੜਾ ਹੈ ਜੀ? ਨਾਵਲ। ਠੀਕ ਹੈ, ਇੱਥੇ ਤੱਕ ਤੁਸੀਂ ਜਿਹੜਾ ਇਹ ਨੋਟ ਕਰਿਓ। ਹੁਣ ਜੇਕਰ ਗੱਲ ਕਰੀਏ ਪੰਜਾਬੀ ਨਾਵਲ ਦੇ ਇਤਿਹਾਸ ਦੀ, ਤਾਂ ਦੇਖੋ ਇਸ ਦਾ ਜਿਹੜਾ ਇਤਿਹਾਸ ਹੈ ਜ਼ਿਆਦਾ ਪੁਰਾਣਾ ਨਹੀਂ ਹੈਗਾ। ਪਹਿਲਾਂ ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਦੇ ਨਾਲ ਹੀ ਪੰਜਾਬੀ ਦੇ ਵਿੱਚ ਨਾਵਲ ਲਿਖਣੇ ਸ਼ੁਰੂ ਹੋਏ ਨੇ। ਪਹਿਲਾਂ ਦੇਵਕੀ ਨੰਦਨ ਖੱਤਰੀ ਦੁਆਰਾ ਰਚੀ ਗਈ ਨਾਵਲ ਲੜੀ ਚੰਦਰਕਾਂਤਾ ਬੜੀ ਰੁਚੀ ਨਾਲ ਪੜ੍ਹੀ ਜਾਂਦੀ ਸੀ। ਨਾਮ ਯਾਦ ਰੱਖਿਓ ਕਿਸ ਦੇ ਦੁਆਰਾ? ਦੇਵਕੀ ਨੰਦਨ ਖੱਤਰੀ ਦੁਆਰਾ। ਕਿਹੜੀ ਨਾਵਲ ਲੜੀ? ਚੰਦਰਕਾਂਤਾ।
ਠੀਕ ਹੈ। ਫਿਰ ਡਾਕਟਰ ਚਰਨ ਸਿੰਘ ਨੇ ਸ਼ਰਾਬ ਕੌਰ ਨਾਵਲ ਲਿਖਿਆ ਜੋ ਕਿ ਸਮਾਜਿਕ ਨਾਵਲ ਸੀ। ਉਸ ਤੋਂ ਬਾਅਦ ਭਾਈ ਵੀਰ ਸਿੰਘ ਨੇ ਕਈ ਨਾਵਲ ਲਿਖੇ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਇਆ ਸੁੰਦਰੀ ਨਾਵਲ। ਇਹ ਨਾਮ ਜ਼ਰੂਰ ਯਾਦ ਰੱਖਿਓ, ਸੁੰਦਰੀ ਨਾਵਲ ਲਿਖਿਆ ਹੈ ਭਾਈ ਵੀਰ ਸਿੰਘ ਨੇ ਅਤੇ ਸ਼ਰਾਬ ਕੌਰ ਨਾਵਲ ਲਿਖਿਆ ਹੈ ਡਾਕਟਰ ਚਰਨ ਸਿੰਘ ਨੇ। ਠੀਕ ਹੈ। ਨਾਨਕ ਸਿੰਘ ਪੰਜਾਬੀ ਨਾਵਲ ਦੇ ਪਿਤਾਮਾ ਹਨ। ਵੈਰੀ ਇੰਪੋਰਟੈਂਟ ਪੁਆਇੰਟ। ਪੰਜਾਬੀ ਨਾਵਲ ਦੇ ਪਿਤਾਮਾ ਕੌਣ ਨੇ? ਨਾਨਕ ਸਿੰਘ। ਠੀਕ ਹੈ, ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਵਧੀਆ ਤੋਂ ਵਧੀਆ ਨਾਵਲ ਦੇਖੇ ਨੇ, ਆਪਾਂ ਵੀ ਬਹੁਤ ਸਾਰੇ ਪੜ੍ਹਦੇ ਆਏ ਹਾਂ, ਜਿਵੇਂ ਪਵਿੱਤਰ ਪਾਪੀ ਹੋ ਗਿਆ, ਚਿੱਟਾ ਲਹੂ, ਇੱਕ ਮਿਆਨ ਦੋ ਤਲਵਾਰਾਂ, ਇਹ ਤਿੰਨ ਜਿਹੜੇ ਨੇ ਪ੍ਰਸਿੱਧ ਨਾਵਲ ਨੇ। ਨਾਮ ਜ਼ਰੂਰ ਦੇਖੋ, ਮੈਂ ਬਾਰ-ਬਾਰ ਕਹਿ ਰਹੀ ਹਾਂ, ਨਾਮ ਜਿਹੜੇ ਨੇ ਜ਼ਰੂਰ ਯਾਦ ਰੱਖਿਓ। ਠੀਕ ਹੈ। ਇਸ ਨੂੰ ਦੇਖੋ, ਜੇਕਰ ਤੁਸੀਂ ਇੱਕ ਹਫ਼ਤੇ ਦੇ ਵਿੱਚ ਮੰਨ ਲਓ ਡੇਲੀ ਰਿਵਾਈਜ਼ ਕਰ ਰਹੇ ਹੋ, ਜਦੋਂ ਤੱਕ ਐਗਜ਼ਾਮ ਹੋਵੇਗਾ ਨਾ ਤੁਹਾਡੇ ਟਿਪਸ 'ਤੇ ਹੋਣਗੇ ਇਹਨਾਂ ਦੇ ਨਾਮ, ਕਿ ਚਿੱਟਾ ਲਹੂ ਕਿਹਦੇ ਦੁਆਰਾ ਲਿਖਿਆ ਹੈ, ਇੱਕ ਮਿਆਨ ਦੋ ਤਲਵਾਰਾਂ। ਤਾਂ ਇਹਦੇ ਵਿੱਚ ਤੁਹਾਡਾ ਹੀ ਫਾਇਦਾ ਹੈ, ਕਿਉਂਕਿ ਦੇਖੋ ਯਾਦ ਕਰਨ ਦੇ ਵਿੱਚ ਇੰਨਾ ਟਾਈਮ ਨਹੀਂ ਲੱਗਣਾ ਹੈਗਾ, ਅਤੇ ਸਿਰਫ ਐ ਨਹੀਂ ਹੈਗਾ ਵੀ 1-2 ਨੰਬਰ ਆਊਗਾ। 7 ਤੋਂ 8 ਨੰਬਰਾਂ ਦਾ ਜਿਹੜਾ ਪੇਪਰ ਹੈ ਪੰਜਾਬੀ ਦੇ ਵਿੱਚ, ਉਹ ਇਸੇ ਟੌਪਿਕ ਦੇ ਵਿੱਚੋਂ ਆਉਂਦਾ ਹੈ, ਪੰਜਾਬੀ ਸਾਹਿਤ ਦੇ ਵਿੱਚੋਂ। ਤੁਸੀਂ ਜਿਹੜਾ ਮੈਂ ਪ੍ਰੀਵੀਅਸ ਈਅਰ ਕਰਾਏ ਨੇ ਨਾ 23 ਚੋਣ ਦਾ 66-35 ਦਾ ਪੇਪਰ ਕਰਾਇਆ ਹੈ ਤੁਹਾਨੂੰ ਪੁਰਾਣਾ, ਉਸ ਦੇ ਵਿੱਚ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਸੀਰੀਅਸਲੀ ਮੈਂ ਕੁਝ ਵੀ ਇੱਦਾਂ ਨਹੀਂ ਕਹਿ ਰਹੀ ਕਿ ਆਪਣੇ ਆਪ ਤੋਂ, ਤੁਸੀਂ ਆਪ ਵੀ ਪੇਪਰ ਚੈੱਕ ਕਰ ਸਕਦੇ ਹੋ। ਇਹਨਾਂ ਦੇ ਵਿੱਚੋਂ ਹੀ ਕੁਐਸਚਨ ਜਿਹੜੇ ਨੇ ਉਹ ਬਣਦੇ ਨੇ। ਠੀਕ ਹੈ। ਉਸ ਤੋਂ ਬਾਅਦ ਕਰਤਾਰ ਸਿੰਘ ਦੁੱਗਲ ਦਾ ਇੱਕ ਲਿਖਿਆ ਹੋਇਆ ਨਾਵਲ ਹੈ ਇੱਕ ਦਿਲ ਵਿਕਾਊ, ਜਸਵੰਤ ਸਿੰਘ ਕੰਵਲ ਦਾ ਲਿਖਿਆ ਹੋਇਆ ਹਾਣੀ, ਅਤੇ ਗੁਰਦਿਆਲ ਸਿੰਘ ਦਾ ਬਹੁਤ ਫੇਮਸ ਹੈ ਮੜੀ ਦਾ ਦੀਵਾ। ਠੀਕ ਹੈ। ਇਸ ਤਰ੍ਹਾਂ ਦੇ ਕੁਝ ਮਸ਼ਹੂਰ ਜਿਹੜੇ ਨਾਵਲ ਨੇ। ਠੀਕ ਹੈ। ਲਿਖੋ ਜੀ ਨਿੱਕੀ ਕਹਾਣੀ। ਠੀਕ ਹੈ। ਕਹਾਣੀ ਦਾ ਹੀ ਇੱਕ ਰੂਪ ਹੁੰਦਾ ਹੈ ਨਿੱਕੀ ਕਹਾਣੀ। ਨਿੱਕੀ ਕਹਾਣੀ ਗਲਪ ਦਾ ਉਹ ਨਵੀਨ ਰੂਪ ਹੈ। ਸਭ ਤੋਂ ਪਹਿਲਾਂ ਇਹ ਲਿਖੋ ਕਿ ਜਿਹੜੀ ਨਿੱਕੀ ਕਹਾਣੀ ਆ ਉਹ ਨਵੀਨ ਰੂਪ ਹੈ, ਨਵਾਂ ਰੂਪ ਹੈ। ਠੀਕ ਹੈ। ਕੀ ਤੁਸੀਂ ਪਹਿਲਾਂ ਕਦੇ ਪੜ੍ਹਿਆ ਸੀ? ਦੇਖੋ ਇਹ ਨਹੀਂ ਹੈਗਾ ਕਿ ਬਹੁਤ ਸਮੇਂ ਤੋਂ ਨਿੱਕੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ, ਨਹੀਂ, ਇਹ ਇੱਕ ਨਵਾਂ ਰੂਪ ਹੈ ਜਿਸ ਨੂੰ ਕਿ ਆਪਣੇ ਪੰਜਾਬੀ ਰਾਈਟਰਸ ਦੁਆਰਾ ਪ੍ਰਮੋਟ ਕੀਤਾ ਗਿਆ ਹੈ। ਠੀਕ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਨਿੱਕੀ ਕਹਾਣੀ ਜੀਵਨ ਜਾਂ ਜਗਤ ਦੇ ਕਿਸੇ ਇੱਕ ਪੱਖ ਦਾ ਅਜਿਹਾ ਭਾਵਕ ਚਿੱਤਰਣ ਹੈ ਜੋ ਉਸਦੇ ਵੇਗ ਨਾਲ ਉਸਦੇ ਪੱਖ ਦੀ ਧੁਰ ਗਹਿਰਾਈ ਨੂੰ ਸਮਝ ਸਕੇ। ਠੀਕ ਹੈ। ਕਿਸੇ ਵੀ ਦੇਖੋ ਨਿੱਕੀ ਕਹਾਣੀ ਦੇ ਵਿੱਚ ਕੀ ਹੈ, ਜੀਵਨ ਦਾ ਇੱਕ ਹਿੱਸਾ ਜਾਂ ਇੱਕ ਪੱਖ ਇੱਕ ਵਧੀਆ ਤਰੀਕੇ ਨਾਲ ਦਰਸਾਇਆ ਜਾਂਦਾ ਹੈ, ਜਿਸ ਦੇ ਵਿੱਚ ਬਹੁਤ ਘੱਟ ਪਾਤਰ ਜਿਹੜੇ ਨੇ ਉਹ ਆਪਣਾ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਹਨ। ਕਹਾਣੀ ਕੀ ਹੈ? ਇੱਕ ਨਵੀਨ ਰੂਪ ਹੈ ਜਿਸ ਦੇ ਵਿੱਚ ਜਗਤ ਦੇ ਜੀਵਨ ਦੇ ਕਿਸੇ ਇੱਕ ਪੱਖ ਦਾ ਚਿੱਤਰਣ ਕੀਤਾ ਹੁੰਦਾ ਹੈ। ਠੀਕ ਹੈ। ਤਾਂ ਇਹ ਪੁਆਇੰਟ ਜਿਹੜਾ ਤੁਸੀਂ ਨੋਟ ਕਰ ਲਿਓ। ਜੇਕਰ ਪੰਜਾਬੀ ਕਹਾਣੀਆਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਕਹਾਣੀਕਾਰਾਂ ਨੇ ਇਸ ਦੇ ਵਿੱਚ ਕਹਾਣੀਆਂ ਲਿਖੀਆਂ ਨੇ। ਐਗਜ਼ਾਮਪਲ ਦੇ ਤੌਰ 'ਤੇ ਪ੍ਰਿੰਸੀਪਲ ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਇਹਨਾਂ ਸਾਰੇ ਕਵੀਆਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਇਸਤਰੀ ਲੇਖਕਾਂ ਦੇ ਵਿੱਚੋਂ ਵੀ ਅੰਮ੍ਰਿਤਾ ਪ੍ਰੀਤਮ ਹੋ ਗਈ, ਦਲੀਪ ਕੌਰ ਟਿਵਾਣਾ ਦਾ ਵੀ ਜਿਹੜਾ ਯੋਗਦਾਨ ਹੈ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਨਿੱਕੀ ਕਹਾਣੀ ਦੇ ਵਿੱਚ। ਠੀਕ ਹੈ। ਇੱਥੇ ਤੁਸੀਂ ਪੜ੍ਹ ਸਕਦੇ ਹੋ। ਆਪਣੇ ਕੋਲ ਹੈਡਿੰਗ ਲਿਖੋ ਜੀ ਨਿਬੰਧ। ਠੀਕ ਹੈ। ਨਿਬੰਧ ਬਾਰੇ ਪੜ੍ਹਦੇ ਹਾਂ। ਇਸ ਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਕਿ ਜਿਹੜਾ ਨਿਬੰਧ ਹੈ ਵਾਰਤਕ ਦਾ ਉਹ ਸਾਹਿਤ ਰੂਪ ਹੈ ਜਿਸ ਦੇ ਵਿੱਚ ਭਾਵ ਅਤੇ ਖਿਆਲ ਨਿੱਜੀ ਛੋਹਾਂ ਵਾਲੀ ਗਦ ਸ਼ੈਲੀ ਵਿੱਚ ਗੁੰਦੇ ਹੋਏ ਹੁੰਦੇ ਨੇ। ਬਹੁਤ ਸਾਰੇ ਵਿਦਵਾਨਾਂ ਨੇ ਭਾਵਾਂ ਅਤੇ ਵਿਚਾਰਾਂ ਦੇ ਖੁੱਲ੍ਹੇ ਪ੍ਰਗਟਾਅ ਨੂੰ ਨਿਬੰਧ ਦਾ ਨਾਂ ਦਿੱਤਾ ਹੈ। ਜੇਕਰ ਆਪਾਂ ਸਾਫ਼ ਤੌਰ 'ਤੇ ਦੇਖੋ ਸਪਸ਼ਟੀਕਰਨ ਦੇ ਰੂਪ ਵਿੱਚ ਲਿਖੀਏ ਤਾਂ ਨਿਬੰਧ ਕੀ ਹੈ? ਨਿਬੰਧ ਦੇ ਵਿੱਚ ਆਪਾਂ ਆਪਣੇ ਵਿਚਾਰਾਂ ਨੂੰ ਇੱਕ ਵਧੀਆ ਤਰੀਕੇ ਨਾਲ ਜਿਹੜਾ ਪ੍ਰਗਟ ਕਰਦੇ ਹਾਂ। ਜਿਸ ਤਰ੍ਹਾਂ ਆਪਾਂ ਕਿਸੇ ਚੀਜ਼ 'ਤੇ ਨਿਬੰਧ ਲਿਖਦੇ ਹਾਂ, ਹੈ ਨਾ, ਜਿਸ ਦੇ ਵਿੱਚ ਤਰਕ ਵੀ ਹੋਵੇ, ਜਿਸ ਦੇ ਵਿੱਚ ਆਪਣੇ ਵਿਚਾਰ ਸਹੀ ਤਰੀਕੇ ਨਾਲ ਆਪਾਂ ਨੇ ਤਰਤੀਬ ਦੇ ਵਿੱਚ ਲਿਖੇ ਵੀ ਹੋਣ, ਤਾਂ ਇੱਕ ਤਰ੍ਹਾਂ ਦਾ ਨਿਬੰਧ ਕੀ ਹੈ? ਵਾਰਤਕ ਦਾ ਉਹ ਸਾਹਿਤ ਰੂਪ ਹੈ ਜਿਸ ਦੇ ਵਿੱਚ ਆਪਾਂ ਆਪਣੇ ਭਾਵ ਅਤੇ ਖਿਆਲਾਂ ਨੂੰ ਇੱਕ ਵਧੀਆ ਤਰੀਕੇ ਨਾਲ ਪ੍ਰਗਟਾਉਂਦੇ ਹਾਂ। ਠੀਕ ਹੈ। ਦੱਸਦੇ ਹਾਂ। ਇਹਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਵੀ ਇੱਕ ਰਚਨਾ ਹੈ ਜਿਸ ਦਾ ਨਾਮ ਹੈ ਖੁੱਲ੍ਹੇ ਲੇਖ। ਤਾਂ ਇਹ ਜਿਹੜੇ ਨਾਮ ਨੇ ਤੁਸੀਂ ਯਾਦ ਰੱਖਿਓ। ਠੀਕ ਹੈ। ਉਸ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ ਦੀ ਇੱਕ ਬਹੁਤ ਪ੍ਰਸਿੱਧ ਰਚਨਾ ਹੈ ਘਰ ਦਾ ਪਿਆਰ। ਇਸ ਲੇਖ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਪ੍ਰਸਿੱਧੀ ਮਿਲੀ ਸੀਗੀ। ਠੀਕ ਹੈ। ਤਾਂ ਇਹ ਨਾਮ ਜਿਹੜੇ ਤੁਸੀਂ ਨਾਲ ਨੋਟ ਕਰਦੇ ਰਹੋ। ਉਸ ਤੋਂ ਬਾਅਦ ਇੱਕ ਹੋਰ ਪੁਆਇੰਟ ਨੋਟ ਰੱਖੋ ਕਿ ਨਿਬੰਧ 2 ਰੂਪ ਦੇ ਵਿੱਚ ਹੁੰਦੇ ਨੇ। ਇੱਕ ਹੁੰਦਾ ਵਿਸ਼ਾ ਪ੍ਰਧਾਨ, ਇੱਕ ਹੁੰਦਾ ਆਤਮ ਪ੍ਰਧਾਨ। ਠੀਕ ਹੈ। ਵਿਸ਼ਾ ਪ੍ਰਧਾਨ ਦੇ ਵਿੱਚ ਆਪਾਂ ਇੱਕ ਵਿਸ਼ਾ ਚੁਣ ਲੈਂਦੇ ਹਾਂ। ਲਾਈਕ ਮੈਂ ਕਹਾਂ ਤੁਹਾਨੂੰ ਭਰੂਣ ਹੱਤਿਆ। ਠੀਕ ਹੈ। ਤਾਂ ਤੁਸੀਂ ਭਰੂਣ ਹੱਤਿਆ 'ਤੇ ਇੱਕ ਲੇਖ ਲਿਖ ਲਓਗੇ ਜਿਸ ਨੂੰ ਨਿਬੰਧ ਕਹਿੰਦੇ ਨੇ। ਤਾਂ ਉਹ ਕੀ ਹੋ ਗਿਆ? ਵਰਣਨਾਤਮਕ ਹੋ ਗਿਆ ਜਾਂ ਬਿਰਤਾਂਤਕ ਹੋ ਗਿਆ। ਆਪਾਂ ਡਿਟੇਲ ਦੇ ਵਿੱਚ ਦੱਸ ਰਹੇ ਹਾਂ। ਆਤਮ ਪ੍ਰਧਾਨ ਹੁੰਦਾ ਜਿਸ ਦੇ ਵਿੱਚ ਆਪਾਂ ਆਪਣੇ ਵਿਚਾਰ ਪ੍ਰਗਟ ਕਰੀਏ, ਆਪਾਂ ਆਪਣੀਆਂ ਭਾਵਨਾਵਾਂ ਪ੍ਰਗਟ ਕਰੀਏ, ਕਿਸੇ ਵਿਅਕਤੀ ਜਾਂ ਕਿਸੇ ਪਰਸਨ ਦੀ ਸ਼ਖਸੀਅਤ ਨੂੰ ਆਪਾਂ ਲਿਖੀਏ। ਠੀਕ ਹੈ। ਤਾਂ ਉਹ ਅਲੱਗ ਹਿੱਸਾ ਹੋ ਜਾਂਦਾ ਹੈ। ਤਾਂ 2 ਟਾਈਪ ਦੇ ਨਿਬੰਧ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਆਈ ਹੋਪ ਤੁਹਾਡਾ ਇਹ ਜਿਹੜਾ ਪੁਆਇੰਟ ਹੈ ਬਿਲਕੁਲ ਕਲੀਅਰ ਹੋ ਗਿਆ ਹੋਵੇਗਾ। ਉਸ ਤੋਂ ਬਾਅਦ ਜੇ ਪੰਜਾਬੀ ਦੇ ਵਿੱਚ ਗੱਲ ਕਰੀਏ ਕਿ ਨਿਬੰਧ ਕਲਾ ਦੇ ਇਤਿਹਾਸ ਦੀ, ਤਾਂ 20ਵੀਂ ਸਦੀ ਦੇ ਵਿੱਚ ਹੀ ਇਸ ਦਾ ਆਰੰਭ ਹੋਇਆ ਸੀ। ਠੀਕ ਹੈ। ਪੰਜਾਬੀ ਸਾਹਿਤ ਦੇ ਵਿੱਚ ਸਿੱਧ ਮੈਂ ਤੁਹਾਨੂੰ ਉੱਪਰ ਵੀ ਦੱਸਿਆ ਪ੍ਰੋਫੈਸਰ ਪੂਰਨ ਸਿੰਘ ਦਾ ਲੇਖ ਖੁੱਲ੍ਹੇ ਲੇਖ ਹੋ ਗਿਆ। ਠੀਕ ਹੈ। ਬਾਕੀ ਰਾਈਟਰਸ ਦੁਆਰਾ ਜਿਵੇਂ ਇਹ ਲਿਖੀਆਂ ਗਈਆਂ ਨੇ, ਪ੍ਰਿੰਸੀਪਲ ਤੇਜਾ ਸਿੰਘ ਨੇ ਸਪਸ਼ਟ ਸਾਦਾ ਸ਼ਬਦਾਂ ਦੀ ਵਰਤੋਂ ਕਰਕੇ ਜਿਹੜੇ ਲੇਖ ਲਿਖੇ ਨੇ, ਜਿਸ ਤਰ੍ਹਾਂ ਕਿ ਨਵੀਆਂ ਸੋਚਾਂ, ਸਹਿਜ ਸੁਭਾਅ, ਸੱਭਿਆਚਾਰ। ਤਾਂ ਇਸ ਤਰ੍ਹਾਂ ਦੇ ਲੇਖ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ। ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਰਾਈਟਰ ਨੇ ਉਹਨਾਂ ਵੱਲੋਂ ਵੀ ਨਿਬੰਧ ਦੀ ਰਚਨਾ ਜਿਹੜੀ ਆ ਉਹ ਕੀਤੀ ਗਈ ਹੈ। ਅੱਗੇ ਹੈਡਿੰਗ ਲਿਖ ਲਓ ਜੀ ਜੀਵਨੀ।
ਦੇਖੋ ਮੈਂ ਸਿਰਫ ਮੇਨ ਕਰਾ ਰਹੀ ਹਾਂ, ਸਾਰੀ ਦੁਨੀਆ ਜਹਾਨ ਦੀ ਆਪਾਂ ਨੇ ਰੱਟੇ ਨਹੀਂ ਲਗਾਉਣੇ ਹੈਗੇ, ਸਿਰਫ ਐਗਜ਼ਾਮ ਓਰੀਐਂਟਡ ਚੀਜ਼ਾਂ ਹੀ ਪੜ੍ਹਨੀਆਂ ਨੇ, ਠੀਕ ਹੈ। ਤਾਂ ਜੀਵਨੀ ਕੀ ਹੁੰਦੀ ਹੈ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੀਵਨੀ ਜਿਹੜੀ ਹੈ ਕਿਸੇ ਖਾਸ ਵਿਅਕਤੀ ਦਾ ਜੀਵਨ ਬਿਰਤਾਂਤ ਹੀ ਹੈ। ਜਦੋਂ ਆਪਾਂ ਕਿਸੇ ਹੋਰ ਦੂਜੇ ਵਿਅਕਤੀ, ਆਪਣੀ ਨਹੀਂ ਕਿਸੇ ਦੂਜੇ ਵਿਅਕਤੀ ਦੀ ਜਿਹੜੀ ਜ਼ਿੰਦਗੀ ਦੇ ਰੋਸ਼ਨੀ ਲਗਾਉਂਦੇ ਹਾਂ ਜਾਂ ਰੋਸ਼ਨੀ ਉਸਦੀ ਜ਼ਿੰਦਗੀ ਦੇ ਮੇਨ ਪੁਆਇੰਟਸ ਨੂੰ ਦੱਸਦੇ ਹਾਂ ਹੈ ਨਾ ਦੂਜਿਆਂ ਨੂੰ, ਤਾਂ ਉਹ ਕੀ ਹੋ ਗਈ, ਉਹ ਜੀਵਨੀ ਹੋ ਗਈ, ਠੀਕ ਹੈ। ਜਦੋਂ ਆਪਾਂ ਕਿਸੇ ਖਾਸ ਵਿਅਕਤੀ ਦੇ ਜੀਵਨ ਨੂੰ ਬਿਆਨ ਕਰਦੇ ਹਾਂ ਤਾਂ ਉਹ ਕੀ ਹੈ, ਜੀਵਨੀ ਹੈ। ਓਕੇ, ਜੀਵਨੀ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਜੀਵਨ ਘਟਨਾਵਾਂ ਦਾ ਬਿਓਰਾ ਹੁੰਦਾ ਹੈ। ਬਿਲਕੁਲ, ਉਸਨੇ ਕਿਸ ਤਰ੍ਹਾਂ ਦੀਆਂ ਘਟਨਾਵਾਂ ਦੇਖੀਆਂ ਨੇ, ਕੀ ਉਸਦੀ ਜ਼ਿੰਦਗੀ ਵਿੱਚ ਖੋਇਆ ਹੈ, ਆਪਾਂ ਸਾਰਿਆਂ ਜੀਵਨੀ ਕਲਾ ਦੇ ਵਿੱਚ ਹੀ ਲਿਖਦੇ ਹਾਂ, ਠੀਕ ਹੈ। ਅਤੇ ਇੱਕ ਪੁਆਇੰਟ ਇੱਥੇ ਹੋਰ ਲਿਖਿਓ, ਜੀਵਨੀ ਇੱਕ ਪਰਜੀਵੀ ਕਲਾ ਹੈ। ਕੁਐਸਚਨ ਆ ਸਕਦਾ ਕਿ ਸਾਹਿਤ ਦਾ ਉਹ ਕਿਹੜਾ ਰੂਪ ਹੈ ਜਿਸ ਨੂੰ ਪਰਜੀਵੀ ਕਲਾ ਕਲਾ ਕਿਹਾ ਜਾਂਦਾ ਹੈ, ਤਾਂ ਉਹ ਹੈਗਾ ਜੀ ਜੀਵਨੀ। ਕਿਉਂ ਕਹਿੰਦੇ ਨੇ ਪਰਜੀਵੀ ਕਲਾ, ਉਹ ਇਸ ਲਈ ਕਹਿੰਦੇ ਹਨ ਕਿਉਂਕਿ ਜੀਵਨੀ ਦੀ ਸਿਰਜਣਾ ਹਿੱਤ ਤੱਥਾਂ ਦੀ ਭਾਲ ਲਈ ਦੂਜੈਲੇ ਸਰੋਤਾਂ 'ਤੇ ਨਿਰਭਰ ਕਰਨਾ ਪੈਂਦਾ ਹੈ। ਕਹਿਣ ਦਾ ਭਾਵ ਕਿ ਆਪਾਂ ਜਦੋਂ ਕਿਸੇ 'ਤੇ ਜੀਵਨੀ ਲਿਖਦੇ ਹਾਂ ਤਾਂ ਆਪਾਂ ਕਈ ਵਾਰੀ ਉਹਦੇ ਇਤਿਹਾਸ ਨੂੰ ਫਰੋਲਦੇ ਹਾਂ, ਕਈ ਵਾਰ ਦੂਜੇ ਵਿਅਕਤੀਆਂ ਤੋਂ ਸੁਣਦੇ ਹਾਂ ਉਹਦੇ ਬਾਰੇ ਕਿ ਅੱਛਾ ਇੱਦਾਂ ਹੋਇਆ ਹੈ ਨਾ ਪੂਰਾ, ਤਾਂ ਕੀ ਹੈ ਆਪਾਂ ਦੂਜੇ ਪਰਜੀਵ ਮਤਲਬ ਦੂਜਿਆਂ ਤੋਂ ਵੀ ਸੁਣਦੇ ਹਾਂ, ਦੂਜਿਆਂ 'ਤੇ ਆਪਾਂ ਨਿਰਭਰ ਰਹਿੰਦੇ ਹਾਂ ਵੀ ਹਾਂ ਉਹਦੀ ਜ਼ਿੰਦਗੀ ਦੇ ਵਿੱਚ ਕੀ ਹੋਇਆ, ਕਿਸ ਤਰ੍ਹਾਂ ਉਹਨੇ ਆਪਣੀ ਜ਼ਿੰਦਗੀ ਨੂੰ ਜਿਹੜਾ ਅੱਗੇ ਲੈ ਕੇ ਗਏ। ਤਾਂ ਇਸ ਤਰ੍ਹਾਂ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਜੀਵਨੀ ਦੇ ਵਿੱਚ ਇਕੱਠਾ ਕਰਕੇ ਲਿਖਦੇ ਹੁੰਦੇ ਹਾਂ। ਓਕੇ, ਤਾਂ ਇਹ ਤੁਸੀਂ ਸਮਝ ਗਏ ਹੋਵੋਗੇ। ਉਸ ਤੋਂ ਬਾਅਦ ਹੈ ਜੀਵਨੀ ਅਤੇ ਸਵੈ ਜੀਵਨੀ। ਇਹ ਮੈਂ ਤੁਹਾਨੂੰ ਦੱਸਿਆ ਦੋਨਾਂ ਦੇ ਵਿੱਚ ਫ਼ਰਕ ਹੈ ਬਹੁਤ, ਠੀਕ ਹੈ। ਜੀਵਨੀ ਜਿਹੜੀ ਹੈ ਕਿਸੇ ਦੂਜੇ ਬਾਰੇ ਹੁੰਦਾ ਹੈ, ਸਵੈ ਜੀਵਨੀ ਆਪਣੇ ਖੁਦ ਦੇ ਬਾਰੇ ਹੁੰਦਾ ਹੈ। ਪੰਜਾਬੀ ਦੀਆਂ ਪ੍ਰਸਿੱਧ ਜੀਵਨੀਆਂ ਦੇਖੋ ਤੁਸੀਂ ਇੱਥੇ ਪੜ੍ਹ ਸਕਦੇ ਹੋ ਕਿ ਦੁਰਲਭ ਸਿੰਘ ਦੁਆਰਾ ਲਿਖਿਤ ਮਾਸਟਰ ਤਾਰਾ ਸਿੰਘ, ਠੀਕ ਹੈ, ਸੁਭਾਸ਼ ਚੰਦਰ ਬੋਸ ਨਿਰਭੈ ਯੋਧਾ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਪੰਜਾਬੀ ਇਤਿਹਾਸ ਦੇ ਵਿੱਚ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਹੋਰ ਦੇਖਦੇ ਹਾਂ, ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਡਾਕਟਰ ਗੰਡਾ ਸਿੰਘ ਰਚਿਤ ਦੁਆਰਾ ਬਾਬਾ ਬੰਦਾ ਬਹਾਦਰ, ਸ਼ਾਮ ਸਿੰਘ ਅਟਾਰੀਵਾਲਾ ਦੁਆਰਾ, ਪ੍ਰੇਮ ਸਿੰਘ ਹੋਤੀ ਦੁਆਰਾ ਜੀਵਨ ਮਹਾਰਾਜਾ ਰਣਜੀਤ ਸਿੰਘ। ਤਾਂ ਇਸ ਤਰ੍ਹਾਂ ਅਲੱਗ-ਅਲੱਗ ਰਾਈਟਰਸ ਨੇ ਜਿਹੜੀਆਂ ਨੇ ਉਹ ਆਪਣੀਆਂ ਜੀਵਨੀਆਂ ਲਿਖੀਆਂ ਨੇ। ਇੱਥੇ ਮੇਨ ਤੁਸੀਂ ਇਹੀ ਲਿਖਿਓ ਕਿ ਪ੍ਰੋਫੈਸਰ ਕਰਤਾਰ ਸਿੰਘ ਦੁਆਰਾ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੈ, ਜਿਹੜੀ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੈ, ਠੀਕ ਹੈ। ਬਾਕੀ ਪ੍ਰੇਮ ਸਿੰਘ ਹੋਤੀ ਦੁਆਰਾ ਲਿਖਿਆ ਜੀਵਨ ਮਹਾਰਾਜਾ ਰਣਜੀਤ ਸਿੰਘ। ਤਾਂ ਇਹ ਉਹਨਾਂ ਨੇ ਜਿਹੜਾ ਜ਼ਿਆਦਾਤਰ ਆਪਣੀਆਂ ਜਿਹੜੀਆਂ ਰਚਨਾਵਾਂ ਨੇ ਉਹ ਦੇਖਣ ਨੂੰ ਆਪਾਂ ਨੂੰ ਮਿਲਦੀਆਂ ਨੇ। ਬਾਕੀ ਰਾਈਟਰਸ ਦੇ ਵੀ ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ। ਮੇਨ ਤੁਸੀਂ ਨੋਟ ਕਰ ਲਿਓ। ਇਹ ਪੂਰਾ PDF ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਪ੍ਰੋਵਾਈਡ ਕਰਾ ਦੇਵਾਂਗੀ, ਤੁਸੀਂ ਜਾ ਕੇ ਉੱਥੇ ਵੀ ਜਿਹੜਾ ਇਸ ਨੂੰ ਡਿਟੇਲ ਦੇ ਵਿੱਚ ਪੜ੍ਹ ਲੈਣਾ, ਠੀਕ ਹੈ। ਉਸ ਤੋਂ ਬਾਅਦ ਅੱਗੇ ਆਪਾਂ ਪੜ੍ਹਦੇ ਹਾਂ ਸਵੈ ਜੀਵਨੀ। ਸਵੈ ਜੀਵਨੀ ਦੀ ਹੈਡਿੰਗ ਲਿਖ ਲਿਓ, ਠੀਕ ਹੈ। ਅੱਛਾ, ਮੈਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਇੱਕ ਸਵੈ ਜੀਵਨੀ ਦੱਸੀ ਸੀ, ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਗਈ ਸਵੈ ਜੀਵਨੀ ਦਾ ਨਾਮ ਕੀ ਹੈ, ਦੱਸੋ ਮੈਨੂੰ। ਜਿਹੜੇ ਸਟੂਡੈਂਟਸ ਨੇ ਕਲਾਸ ਪ੍ਰੋਪਰ ਲਗਾਈ ਹੈ ਉਹਨਾਂ ਨੂੰ ਪਤਾ ਹੋਊਗਾ। ਬਿਲਕੁਲ, ਜਿਹੜੀ ਅੰਮ੍ਰਿਤਾ ਪ੍ਰੀਤਮ ਹੈ ਉਹਨਾਂ ਦੀ ਪ੍ਰਸਿੱਧ ਜਿਹੜੀ ਸਵੈ ਜੀਵਨੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਹੈ, ਉਸ ਦਾ ਨਾਮ ਹੈ ਰਸੀਦੀ ਟਿਕਟ, ਠੀਕ ਹੈ। ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਰਾਇਆ ਸੀ। ਦੇਖੋ, ਪੜ੍ਹਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ, ਤੁਸੀਂ ਆਪ ਆਪਣਾ ਦੇਖ ਲਿਓ ਕਿ ਤੁਸੀਂ ਕਿਸ ਤਰ੍ਹਾਂ ਪੜ੍ਹ ਰਹੇ ਹੋ, ਠੀਕ ਹੈ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਇਕੱਲਾ ਦੇਖੋ, ਹੁਣ ਤੁਹਾਨੂੰ ਪਤਾ ਹੈ ਕਿ ਮੈਂ ਚਾਹੁੰਦੀ ਤਾਂ ਮੈਂ ਸਿਰਫ ਮੇਨ ਜਿਹੜੇ ਉੱਪਰ ਪੁਆਇੰਟਸ ਨੇ ਉਹ ਵੀ ਕਵਰ ਕਰਾ ਸਕਦੀ ਸੀ, ਲੇਕਿਨ ਮੈਂ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਇੱਕ ਟੌਪਿਕ ਕਰ ਰਹੇ ਹੋ ਤਾਂ ਤੁਸੀਂ ਉਸਨੂੰ ਇਸ ਤਰੀਕੇ ਨਾਲ ਕਰੋ ਕਿ ਤੁਹਾਡੇ ਉਹਦੇ ਵਿੱਚੋਂ ਇੱਕ ਵੀ ਮਾਰਕਸ ਜਿਹੜਾ ਉਹ ਨਾ ਕੱਟੇ, ਠੀਕ ਹੈ। ਤਾਂ ਇਸੇ ਤਰ੍ਹਾਂ ਤੁਸੀਂ ਵੀ ਆਪਣੀ ਵਧੀਆ ਕੋਸ਼ਿਸ਼ ਕਰੋ, ਵਧੀਆ ਆਪਣੀ ਤਿਆਰੀ ਰੱਖੋ ਤਾਂ ਕਿ 99 ਦੇ ਵਿੱਚ ਜਿਹੜੀ ਤੁਹਾਡੀ ਸਿਲੈਕਸ਼ਨ ਆ ਬਿਲਕੁਲ ਪੱਕੀ ਹੋ ਜਾਏ। ਓਕੇ, ਤਾਂ ਹੁਣ ਪੰਜਾਬੀ ਸਾਹਿਤ ਦਾ ਦੇਖੋ ਆਪਾਂ ਨੇ ਮੋਸਟਲੀ ਪੰਜਾਬੀ ਸਬਜੈਕਟ ਦਾ ਸਿਲੇਬਸ ਆਲਮੋਸਟ ਕਵਰ ਹੋ ਚੁੱਕਿਆ ਹੈ। 1-2 ਵੀਡੀਓਜ਼ ਹੋਰ ਦੇਖਣ ਨੂੰ ਮਿਲਣਗੀਆਂ, ਉਹ ਵੀ ਉਸਦੇ ਵਿੱਚ ਮੈਂ ਤੁਹਾਨੂੰ ਸ਼ਾਇਦ ਸਵੈ ਜੀਵਨੀਆਂ ਦੇ ਨਾਮ ਕਰਾਵਾਂ, ਕਿਹੜੇ ਰਾਈਟਰਸ ਦੁਆਰਾ ਕਿਹੜੀ ਸਵੈ ਜੀਵਨੀਆਂ ਨੇ। ਅਤੇ ਇੱਕ ਮੈਂ ਤੁਹਾਨੂੰ ਕਰਾਵਾਂਗੀ ਕਾਫੀਆਂ ਸਲੋਕ, ਜਿਸ ਤਰ੍ਹਾਂ ਕੁਐਸਚਨ ਆਇਆ ਸੀ ਕਿ ਇਸ਼ਕ ਦੀ ਨਵੀਂ ਬਹਾਰ ਕਾਫੀ ਕਿਸ ਦੁਆਰਾ ਲਿਖੀ ਹੋਈ ਹੈ, ਬੁੱਲੇ ਸ਼ਾਹ ਦੁਆਰਾ। ਤਾਂ ਇਸ ਤਰ੍ਹਾਂ ਦੇ ਕੁਛ ਮੇਨ ਕੁਐਸਚਨ ਹੋਣਗੇ ਜਿਹੜੇ ਕਿ 1-2 ਵੀਡੀਓਜ਼ ਦੇ ਵਿੱਚ ਕਵਰ ਹੋ ਜਾਣਗੇ, ਠੀਕ ਹੈ। ਤਾਂ ਇਸ ਤਰ੍ਹਾਂ ਆਪਣਾ ਪੰਜਾਬੀ ਦਾ ਆਲਮੋਸਟ ਸਿਲੇਬਸ ਕਵਰ ਹੋ ਚੁੱਕਿਆ। 1-2 ਸਵੈ ਜੀਵਨੀ, ਤਾਂ ਸਵੈ ਜੀਵਨੀ ਦੇ ਵਿੱਚ ਦੇਖੋ ਵਿਅਕਤੀ ਆਪਣੀ ਨਿੱਜੀ ਅਨੁਭਵ ਨੂੰ ਦੱਸਦਾ, ਆਪਣੀ ਜ਼ਿੰਦਗੀ ਉਸਨੇ ਕਿਸ ਤਰ੍ਹਾਂ ਬਿਤਾਈ ਹੈ ਉਸ ਦੇ ਵਿੱਚ ਜਿਹੜਾ ਹੈ ਉਹ ਆਪਣਾ ਵਿਚਾਰ ਦੱਸਦਾ ਹੈ, ਠੀਕ ਹੈ। ਅਤੇ ਇੱਕ ਪੁਆਇੰਟ ਹੋਰ, ਸਵੈ ਜੀਵਨੀ ਵਿੱਚ ਨਾਇਕ ਅਤੇ ਲੇਖਕ ਇੱਕੋ ਵਿਅਕਤੀ ਹੁੰਦਾ ਹੈ। ਨਾਇਕ ਕੌਣ, ਜਿਸ ਦੇ ਬਾਰੇ ਕਹਾਣੀ ਲਿਖੀ ਜਾ ਰਹੀ ਹੈ, ਜਿਸ ਦੇ ਬਾਰੇ ਜੀਵਨੀ ਲਿਖੀ ਜਾ ਰਹੀ ਹੈ, ਠੀਕ ਹੈ। ਲੇਖਕ ਕੌਣ, ਜਿਹੜਾ ਲਿਖ ਰਿਹਾ ਹੈ। ਤਾਂ ਯਾਦ ਰੱਖਿਓ ਕਿ ਪੰਜਾਬੀ ਸਾਹਿਤ ਦਾ ਕਿਹੜਾ ਰੂਪ ਹੈ ਜਿਸ ਦੇ ਵਿੱਚ ਨਾਇਕ ਅਤੇ ਲੇਖਕ ਜਿਹੜਾ ਇੱਕੋ ਵਿਅਕਤੀ ਹੁੰਦਾ, ਸੇਮ ਹੁੰਦਾ ਹੈ, ਤਾਂ ਉਹ ਹੁੰਦੀ ਹੈ ਜੀ ਸਵੈ ਜੀਵਨੀ, ਜਿਸ ਦੇ ਵਿੱਚ ਵਿਅਕਤੀ ਆਪਣੇ ਬਾਰੇ ਹੀ ਆਪ ਹੀ ਲਿਖਦਾ ਹੈ, ਖੁਦ ਹੀ ਲਿਖਦਾ ਹੈ, ਠੀਕ ਹੈ। ਉਸਨੇ ਜੋ ਆਪਣੇ ਹੰਢਾਏ ਹੋਏ ਪਲ ਨੇ ਉਸ ਦੇ ਵਿੱਚ ਉਹਨੇ ਕੀ ਸਿੱਖਿਆ, ਉਹ ਸਾਰੀਆਂ ਚੀਜ਼ਾਂ ਜਿਹੜੇ ਨੇ ਉਹ ਆਪਣੇ ਕੋਲ ਪ੍ਰਗਟਾਉਂਦੇ ਨੇ। ਹੁਣ ਗੱਲ ਕਰ ਲਈਏ ਪੰਜਾਬੀ ਵਿੱਚ ਸਵੈ ਜੀਵਨੀਆਂ, ਤਾਂ ਪੰਜਾਬੀ ਸਾਹਿਤ ਦੇ ਵਿੱਚ ਕੁਝ ਜਿਹੜੀਆਂ ਸਵੈ ਜੀਵਨੀਆਂ ਲਿਖੀਆਂ ਹੋਈਆਂ ਨੇ
ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਹੈ, ਆਰਸੀ ਨਾਨਕ ਸਿੰਘ ਦੀ ਹੈ ਮੇਰੀ ਦੁਨੀਆ, ਗੁਰਬਖਸ਼ ਸਿੰਘ ਦੀ ਸਵੈ ਜੀਵਨੀ ਹੈ ਮੇਰੀ ਜੀਵਨ ਕਹਾਣੀ, ਠੀਕ ਹੈ। ਬਲਰਾਜ ਸਾਹਨੀ ਦੀ ਹੈਗੀ ਹੈ ਮੇਰੀ ਫਿਲਮੀ ਯਾਤਰਾ। ਆ ਦੇਖੋ ਅੰਮ੍ਰਿਤਾ ਪ੍ਰੀਤਮ ਨੇ ਕਿਹੜੀ ਲਿਖੀ ਹੈ, ਰਸੀਦੀ ਟਿਕਟ, ਹੈ ਨਾ। ਤਾਂ ਇਹ ਜਿਹੜੀਆਂ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਇੱਕ ਹੈਗੇ ਨੇ ਜੀ ਐਕਸੈਸ ਵਣਜਾਰਾ ਬੇਦੀ, ਜਿਨ੍ਹਾਂ ਦਾ ਨਾਮ ਹੈ ਸੋਹਿੰਦਰ ਸਿੰਘ ਬੇਦੀ, ਉਹਨਾਂ ਦੀ ਸਵੈ ਜੀਵਨੀ ਹੈ ਅੱਧੀ ਮਿੱਟੀ ਅੱਧਾ ਸੋਨਾ ਜਾਂ ਮੇਰੇ ਰਾਹਾਂ ਦੇ ਰੰਗ ਅਤੇ ਗਲੀਏ ਚਿੱਕੜ ਦੂਰ ਘਰ, ਠੀਕ ਹੈ। ਤਾਂ ਇਹਨਾਂ ਨੇ ਜਿਹੜਾ ਪ੍ਰੋਫੈਸਰ ਦਲੀਪ ਕੋਟੀਵਾਣਾ ਦੀ ਸਵੈ ਜੀਵਨੀ ਕਿਹੜੀ ਹੈ, ਨੰਗੇ ਪੈਰਾਂ ਦਾ ਸਫ਼ਰ। ਤਾਂ ਇਹ ਜਿਹੜੇ ਤੁਸੀਂ ਯਾਦ ਰੱਖਿਓ, ਠੀਕ ਹੈ। ਨਾਮ ਦੇਖੋ ਇਹਨਾਂ ਨੂੰ, ਜੇਕਰ ਤੁਸੀਂ ਮੰਨ ਲਓ ਇੱਕ ਦਿਨ ਦੇ ਵਿੱਚ ਸੋਚਦੇ ਹੋ ਕਿ ਅੱਜ ਮੈਂ ਇਹਨਾਂ ਕਵੀਆਂ ਦੇ ਨਾਮ ਯਾਦ ਕਰ ਲੈਣੇ, ਸੈਕਿੰਡ ਦਿਨ ਇਹਨਾਂ ਦੇ ਕਰ ਲੈਣੇ, ਤੀਜੇ ਦਿਨ ਇਹਨਾਂ ਦੇ ਕਰ ਲੈਣੇ ਨੇ, ਤਾਂ ਇੱਕ ਹਫ਼ਤੇ ਦੇ ਵਿੱਚ ਸਾਡਾ ਆਲਮੋਸਟ ਜਿਹੜਾ ਇਹ ਟੌਪਿਕ ਹੈ ਚੰਗੀ ਤਰ੍ਹਾਂ ਕਵਰ ਹੋ ਜਾਏਗਾ, ਠੀਕ ਹੈ। ਹੁਣ ਇਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਕਵਰ ਕਰਦੇ ਹੋ। ਤਾਂ ਹੁਣ ਇਹ ਆਪਣੇ ਕੋਲ ਲਾਸਟ ਰੂਪ ਹੈ ਪੰਜਾਬੀ ਸਾਹਿਤ ਦਾ, ਸਫ਼ਰਨਾਮਾ। ਸਫ਼ਰਨਾਮਾ ਕੀ ਹੁੰਦਾ ਹੈ? ਦੇਖੋ ਸਫ਼ਰਨਾਮਾ ਦੇ ਵਿੱਚ ਜੇਕਰ ਆਪਾਂ ਸਿੰਪਲ ਤੌਰ 'ਤੇ ਗੱਲ ਕਰੀਏ ਤਾਂ ਸਫ਼ਰਨਾਮਾ ਜਿਹੜਾ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਸਫ਼ਰ ਅਤੇ ਨਾਮਾ, ਠੀਕ ਹੈ। ਇਸ ਦਾ ਸ਼ਾਬਦਿਕ ਅਰਥ ਹੈ ਸਫ਼ਰ ਦਾ ਬਿਆਨ ਜਾਂ ਬਿਰਤਾਂਤ। ਜਦੋਂ ਆਪਾਂ ਕਿਸੇ ਜਗ੍ਹਾ ਜਾਂਦੇ ਹਾਂ, ਠੀਕ ਹੈ, ਤਾਂ ਆਪਾਂ ਉਹਦੇ ਬਾਰੇ ਲਿਖੀਏ ਕਿ ਉਹ ਚੀਜ਼ ਕਿਸ ਤਰ੍ਹਾਂ ਹੈ, ਉੱਥੋਂ ਦੇ ਲੋਕ ਕਿਸ ਤਰ੍ਹਾਂ ਨੇ, ਉੱਥੋਂ ਦਾ ਕਲਚਰ ਕਿਸ ਤਰ੍ਹਾਂ ਹੈ। ਜਦੋਂ ਆਪਾਂ ਉਹ ਚੀਜ਼ ਬਾਰੇ ਲਿਖਦੇ ਹਾਂ ਉਸ ਨੂੰ ਆਪਾਂ ਕਹਾਂਗੇ ਸਫ਼ਰਨਾਮਾ, ਠੀਕ ਹੈ। ਲਾਈਕ ਤੁਸੀਂ ਕਿਸੇ ਸਫ਼ਰ ਦਾ ਬਿਆਨ ਜਾਂ ਬਿਰਤਾਂਤ ਕਰਦੇ ਹੋ, ਉਸੇ ਨੂੰ ਹੀ ਜਿਹੜਾ ਸਫ਼ਰਨਾਮਾ ਕਿਹਾ ਜਾਂਦਾ ਹੈ। ਸਫ਼ਰਨਾਮਾ ਵਾਰਤਕ ਦੀ ਅਜਿਹੀ ਵੰਨਗੀ ਹੈ ਜਿਸ ਵਿੱਚ ਕਿਸੇ ਵਿਅਕਤੀ ਦੁਆਰਾ ਕੀਤੀ ਗਈ ਸੈਰ ਦੇ ਸਮਾਚਾਰਾਂ ਨੂੰ ਅੰਕਿਤ ਕੀਤਾ ਜਾਂਦਾ ਹੈ। ਇਸ ਵਿੱਚ ਲੇਖਕ ਆਪ ਹੀ ਨਾਇਕ ਹੁੰਦਾ ਹੈ ਅਤੇ ਕਿਸੇ ਦੇਸ਼ ਦੀ ਯਾਤਰਾ ਨੂੰ ਆਪਣੇ ਅਨੁਭਵਾਂ ਜਾਂ ਪ੍ਰਤੀਕਰਮਾਂ ਦੁਆਰਾ ਆਪ ਹੀ ਪ੍ਰਸਤੁਤ ਕਰਦਾ ਹੈ। ਬਿਲਕੁਲ, ਇਹ ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਆਪਾਂ ਕਿਤੇ ਘੁੰਮਣ ਜਾਂਦੇ ਹਾਂ ਜਾਂ ਕੋਈ ਕਿਸੇ ਦੇਸ਼ ਦੀ ਯਾਤਰਾ ਕਰਦੇ ਹਾਂ ਤਾਂ ਆਪਾਂ ਆਪਣੇ ਤਜਰਬਿਆਂ ਨੂੰ, ਆਪਣੇ ਉੱਥੇ ਦੀ ਜੋ ਵੀ ਆਪਾਂ ਨੇ ਦੇਖਿਆ ਹੈ ਉਹਨੂੰ ਜਦੋਂ ਆਪਾਂ ਲਿਖ ਦਿੰਦੇ ਹਾਂ ਇੱਕ ਰੂਪ ਦੇ ਵਿੱਚ, ਉਸ ਨੂੰ ਆਪਾਂ ਸਫ਼ਰਨਾਮਾ ਕਹਾਂਗੇ, ਠੀਕ ਹੈ। ਤਾਂ ਆਈ ਹੋਪ ਤੁਹਾਡੇ ਸਫ਼ਰਨਾਮਾ ਨੂੰ ਸਮਝ ਆ ਗਿਆ ਹੋਊਗਾ। ਇੱਥੇ ਤੁਸੀਂ ਪੜ੍ਹ ਸਕਦੇ ਹੋ ਕਿ ਸਫ਼ਰਨਾਮਾ ਅਜਿਹੀ ਗਦ ਰਚਨਾ ਹੈ ਜਿਸ ਦੇ ਵਿੱਚ ਅਣਜਾਣੀ ਅਤੇ ਦੂਰ ਦੁਰੇਡੀ ਚੀਜ਼ਾਂ ਦੀ ਜਿਹੜੀ ਦੇਸ਼ ਨੇ ਦੂਰ ਦੁਰੇਡੇ, ਉਹਨਾਂ ਦਾ ਆਪਾਂ ਬਹੁ ਪਸਾਰ ਤਰੀਕੇ ਨਾਲ ਜਿਹੜਾ ਹੈ ਉਹ ਪ੍ਰਗਟਾਵਾ ਕਰਦੇ ਹਾਂ, ਠੀਕ ਹੈ। ਜੇਕਰ ਪੰਜਾਬੀ ਦੇ ਇਤਿਹਾਸ ਦੀ ਗੱਲ ਕਰੀਏ ਸਫ਼ਰਨਾਮਾ ਰੂਪ ਦੇ ਵਿੱਚ, ਤਾਂ ਵਾਸਤਵ ਵਿੱਚ ਪੰਜਾਬੀ ਸਫ਼ਰਨਾਮਾ ਰੂਪ ਦਾ ਮੁੱਢ ਜਿਹੜਾ ਹੈ ਸ਼ੁਰੂਆਤ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਮੇਰਾ ਵਲੈਤੀ ਸਫ਼ਰਨਾਮਾ ਨਾਲ ਹੀ ਵੱਜਦਾ ਹੈ। ਮੰਨਿਆ ਇਹ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਦੁਆਰਾ ਇਸ ਦਾ ਜਿਹੜਾ ਹੈ ਜਨਮ ਹੋਇਆ ਹੈ। ਲੇਕਿਨ ਤੁਸੀਂ ਜੇਕਰ ਇੱਕ ਲਿਖਤੀ ਰੂਪ ਦੇ ਵਿੱਚ ਗੱਲ ਕਰੋ ਤਾਂ ਪੰਜਾਬੀ ਸਫ਼ਰਨਾਮਾ ਦਾ ਜਿਹੜਾ ਮੁੱਢ ਹੈ ਜਾਂ ਇਤਿਹਾਸ ਹੈ ਉਹ ਸਟਾਰਟਿੰਗ ਦੇ ਵਿੱਚ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਨਾਲ ਹੁੰਦਾ ਹੈ, ਜਿਸ ਦਾ ਨਾਮ ਹੈ ਮੇਰਾ ਵਲੈਤੀ ਸਫ਼ਰਨਾਮਾ। ਇਹਨੂੰ ਜ਼ਰੂਰ ਤੁਸੀਂ ਰੱਟਾ ਲਗਾ ਲਓ, ਮੇਰਾ ਵਲੈਤੀ ਸਫ਼ਰਨਾਮਾ ਕਿਸ ਦੁਆਰਾ ਲਿਖਿਆ? ਲਾਲ ਸਿੰਘ ਕਮਲਾ ਅਕਾਲੀ ਦੁਆਰਾ, ਠੀਕ ਹੈ। ਤਾਂ ਹੋਰਾਂ ਦੀਆਂ ਵੀ ਆਪਾਂ ਨੂੰ ਰਚਨਾਵਾਂ ਦੇਖਣ ਨੂੰ ਮਿਲਦੀਆਂ ਨੇ, ਜਿਸ ਤਰ੍ਹਾਂ ਕਿ ਪ੍ਰੀਤਮ ਸਿੰਘ ਦਾ ਹੈਗਾ ਕਬੂਤਰਾਂ ਦੀ ਪਰਵਾਜ਼, ਸਵਰਨ ਚੰਦਰ ਦਾ ਆਪਣੀ ਧਰਤੀ, ਠੀਕ ਹੈ। ਤਾਂ ਮੇਨ ਜਿਹੜੇ ਤੁਸੀਂ ਯਾਦ ਕਰ ਲਿਓ, ਡਾਕਟਰ ਨਰਿੰਦਰ ਸਿੰਘ ਕਪੂਰ ਦਾ ਇੰਪੋਰਟੈਂਟ ਹੈ ਸੱਚੋ ਸੱਚ ਅਮਰੀਕਾ ਦਾ ਸਫ਼ਰਨਾਮਾ, ਠੀਕ ਹੈ। ਤਾਂ ਇਹ ਜਿਹੜੇ ਨਾਮ ਨੇ ਤੁਸੀਂ ਯਾਦ ਕਰ ਸਕਦੇ ਹੋ, ਠੀਕ ਹੈ। ਤਾਂ ਇਸ ਨੂੰ ਇਹ ਜਿਹੜੇ ਪੰਜਾਬੀ ਸਫ਼ਰਨਾਮੇ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਤਾਂ ਇਹ ਸੀਗੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਨੇ ਸਾਹਿਤ ਦੇ 9 ਰੂਪ ਪੜ੍ਹੇ ਨੇ, ਠੀਕ ਹੈ। ਕਵਿਤਾ, ਨਾਟਕ, ਇਕਾਂਗੀ, ਨਾਵਲ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਨਾਟਕ ਦੇ ਪਿਤਾਮਾ ਕੌਣ ਨੇ, ਇਕਾਂਗੀ ਦਾ ਪਿਤਾਮਾ ਕੌਣ ਹੈ, ਸਭ ਤੋਂ ਪਹਿਲੀ ਸਵੈ ਜੀਵਨੀ ਕਿਸ ਦੁਆਰਾ ਲਿਖੀ ਗਈ, ਕਿਹੜੀ ਕਵਿਤਾ ਹੈ, ਠੀਕ ਹੈ। ਉਹ ਸਾਰੀਆਂ ਆਪਾਂ ਨੇ ਹੁਣ ਡਿਟੇਲ ਦੇ ਵਿੱਚ ਕਵਰ ਕਰੀਆਂ ਨੇ। ਆਈ ਹੋਪ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ। ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ, ਠੀਕ ਹੈ। 1-2 ਵੀਡੀਓਜ਼ ਦੇ ਵਿੱਚ ਆਪਣਾ ਹੋਰ ਜਿਹੜਾ ਹੈ ਮਾੜਾ ਮੋਟਾ ਜਿਹੜਾ ਮੇਨ ਰਹਿ ਗਿਆ ਉਹ ਆਪਾਂ ਕਵਰ ਕਰਕੇ ਫਿਰ ਆਪਾਂ ਨੈਕਸਟ ਜਿਹੜਾ ਸਬਜੈਕਟ ਹੈ ਉਹ ਸਟਾਰਟ ਕਰਾਂਗੇ, ਠੀਕ ਹੈ। ਪੰਜਾਬੀ ਦਾ ਆਲਮੋਸਟ ਸਿਲੇਬਸ ਆਪਣਾ ਕਵਰ ਹੋ ਚੁੱਕਿਆ ਹੈ। ਤੁਸੀਂ ਸਾਰੀਆਂ ਕਲਾਸਿਸ ਨੂੰ ਬਿਲਕੁਲ ਧਿਆਨ ਨਾਲ ਅਟੈਂਡ ਕਰੋ, ਬਹੁਤ ਹੀ ਜ਼ਿਆਦਾ ਐਗਜ਼ਾਮ ਦੇ ਵਿੱਚ ਤੁਹਾਡੀ ਹੈਲਪ ਹੋਵੇਗੀ ਇਹਨਾਂ ਵੀਡੀਓਜ਼ ਤੋਂ, ਠੀਕ ਹੈ। ਅਤੇ ਇਹ ਪੂਰਾ PDF ਤੁਹਾਨੂੰ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਪ੍ਰੋਵਾਈਡ ਕਰਾ ਦੇਵਾਂਗੀ। ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਜ਼ਿਆਦਾ ਕੁਛ ਨਹੀਂ ਕਹਿੰਦੇ, ਬਸ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਆਪਣੇ ਗਰੁੱਪਸ ਦੇ ਵਿੱਚ, ਤਾਂ ਕਿ ਸਾਰਿਆਂ ਤੱਕ ਇਹ ਜਿਹੜੀ ਵੀਡੀਓਜ਼ ਨੇ ਇਹਨਾਂ ਦੇ ਰਾਹੀਂ ਜਿਹੜੀ ਹੈ ਸਾਰਿਆਂ ਦੀ ਹੈਲਪ ਹੋ ਸਕੇ, ਠੀਕ ਹੈ। ਤਾਂ ਜ਼ਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਬਾਕੀ ਇੰਨੀ ਹੀ ਸੀ, ਜੇਕਰ ਕੋਈ ਕੁਐਸਚਨ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।